ਜਿਹੜੀ ਲੋਕਾਂ ਵੱਲੋਂ ਆਮ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਮੁਹੱਲਾ ਕਲੀਨਿਕ ਦੇ ਵਿੱਚ ਆਉਣੇ ਆ, ਜੇ ਸਾਨੂੰ ਕੋਈ ਬੀਪੀ ਦੀ ਸ਼ਿਕਾਇਤ ਆ ਤਾਂ ਉੱਥੇ ਸਾਡਾ ਬੀਪੀ ਚੈੱਕ ਨਹੀਂ ਕੀਤਾ ਜਾਂਦਾ। ਅਸੀਂ ਦੱਸਦੇ ਹਾਂ ਵੀ ਸਾਨੂੰ ਬੁਖਾਰ ਲੱਗ ਰਿਹਾ ਤਾਂ ਉਹਨਾਂ ਵੱਲੋਂ ਬੁਖਾਰ ਚੈੱਕ ਨਹੀਂ ਕੀਤਾ ਜਾਂਦਾ, ਇੱਦਾਂ ਦੂਰੋਂ ਖੜੇ ਹੋ ਕੇ ਦੇਖ ਲਿਆ ਵੀ ਤੁਹਾਨੂੰ ਹਾਲਤ ਦੇਖ ਕੇ ਦਵਾਈ ਅੰਦਾਜ਼ੇ ਨਾਲ ਦਿੱਤੀ ਜਾਂਦੀ ਹੈ। ਸਰਕਾਰੀ ਮੁਹੱਲਾ ਕਲੀਨਿਕ ਦੀ ਰਿਪੋਰਟ ਕੁਝ ਹੋਰ ਹੁੰਦੀ ਹੈ, ਪ੍ਰਾਈਵੇਟ ਦੀ ਕੁਝ ਹੋਰ ਹੁੰਦੀ ਹੈ। ਤੇ ਮੈਂ ਉਹਨਾਂ ਨੂੰ ਕਿਹਾ ਕਿ 1 ਵੀਕ ਤੋਂ ਫੀਵਰ ਆ, ਵੀ ਤੁਸੀਂ ਮੈਨੂੰ ਮੈਡੀਸਨ ਦੇ ਰਹੇ ਹੋ ਇਕੱਲੀ, ਕਹਿੰਦੇ ਤੁਸੀਂ ਮੈਡੀਸਨ ਇਕੱਲੀ ਖਾਵੋ ਤੇ ਫਿਰ ਬਾਅਦ ਵਿੱਚ ਦੇਖਦੇ ਹਾਂ ਆਪਾਂ। ਤੇ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਟੈਸਟ ਵਗੈਰਾ ਨਹੀਂ ਕਰਦੇ, ਜੇ 1 ਵੀਕ ਤੋਂ ਬਾਅਦ ਤਾਂ ਬੁਖਾਰ ਉਤਰ ਜਾਣਾ ਚਾਹੀਦਾ। ਤਾਂ ਉਹ ਕਹਿੰਦੇ ਜੀ ਇੱਥੇ ਟਾਈਫਾਇਡ ਦੇ ਟੈਸਟ ਨਹੀਂ ਹੁੰਦੇ ਹੈਗੇ। मैं तीजी बारी आया जी इत्थे, शुगर का मरीज़ है मैं, पर इत्थे स्टाफ की बहुत कमी है। ਤੇ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤੁਹਾਨੂੰ ਬਿਨਾਂ ਟੈਸਟ ਕੀਤੇ ਦਵਾਈ ਦਿੱਤੀ ਗਈ? बिना टेस्ट की ना, टेस्ट नहीं किया मेरा कोई भी, दवाई देती थी इन्होंने। ਜਦੋਂ ਤੁਸੀਂ ਪਹਿਲਾਂ ਦਵਾਈ ਲੈਣ ਆਏ ਸੀ ਤੁਹਾਡਾ ਪ੍ਰੋਪਰ ਚੈੱਕਅਪ ਹੋਇਆ ਸੀ ਕਿ ਉੱਦਾਂ ਹੀ ਤੁਸੀਂ ਵੈਸੇ ਦਵਾਈ ਦੇਤੀ, ਚੈੱਕਅਪ ਨਹੀਂ ਕੀਤਾ? ਤੇ ਫਿਰ ਜਿਹੜਾ ਇਹ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਵਧੀਆ ਕੀਤਾ ਗਿਆ ਹੈ ਤਾਂ ਵਧੀਆ, ਪਰ ਹੌਲੀ ਹੌਲੀ ਕਾਮਯਾਬ ਹੋ ਗਿਆ, ਇੱਕਦਮ ਨਹੀਂ ਹੋ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ 10 ਸਿਟੀ ਹੈਡਲਾਈਨਸ। ਮੈਂ ਤੁਹਾਡਾ ਦੋਸਤ ਗਗਨ ਸਮਾਦ ਅੱਜ ਮੁਹੱਲਾ ਕਲੀਨਿਕ ਤੇ ਮੌਜੂਦ ਹਾਂ ਤੇ ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਮੁਹੱਲਾ ਕਲੀਨਿਕ ਖੁੱਲ੍ਹਿਆਂ ਨੂੰ ਅੱਜ ਪੂਰਾ 1 ਮਹੀਨੇ ਦੇ ਜਿਹੜਾ ਲਗਭਗ ਉਹ ਸਮਾਂ ਹੋ ਚੁੱਕਿਆ ਤੇ ਕੀ ਕੁਝ ਉੱਥੇ ਨਵਾਂ ਜਿਹੜਾ ਹੋਇਆ, ਕੋਈ ਨਵੀਆਂ ਦਵਾਈਆਂ ਨੇ ਜਾਂ ਟੈਸਟ ਦੇ ਅਸੀਂ ਗੱਲ ਕਰ ਲਈਏ ਜਿਹੜੇ ਪਹਿਲਾਂ ਟੈਸਟ ਇੱਥੇ ਹੁੰਦੇ ਸਨ, ਕਿ ਉਹਨਾਂ ਵਿੱਚ ਕੋਈ ਚੇਂਜਸ ਕੀਤੇ ਗਏ ਆ ਜਾਂ ਉਹਨਾਂ ਵੱਲੋਂ ਟੈਸਟ ਜਿਹੜੇ ਉਹ ਵਧਾਏ ਗਏ ਆ ਜਾਂ ਉਹੀ ਹਾਲ ਹੈ। ਇੱਕ ਹੋਰ ਵੱਡਾ ਸਵਾਲ ਹੈ ਕਿ ਜਿਹੜੇ ਮੁਹੱਲਾ ਕਲੀਨਿਕ ਆ ਉਹਨਾਂ ਦਾ ਵੀ ਉਹੀ ਹਾਲ ਹੋ ਗਿਆ ਜੋ ਆਮ ਜਿਹੜਾ ਸਰਕਾਰੀ ਹਸਪਤਾਲਾਂ ਦਾ ਹੁੰਦਾ ਸੀ, ਜਾਂ ਕੁਝ ਵੱਖਰਾ ਇੱਥੇ ਕੋਈ ਲੋਕਾਂ ਨੂੰ ਰਾਹਤ ਜਿਹੜੀ ਮਿਲਦੀ ਹੈ। 1 ਮਹੀਨੇ ਦਾ ਜਿਹੜਾ ਸਮਾਂ ਮੁਹੱਲਾ ਕਲੀਨਿਕ ਖੁੱਲ੍ਹਣ ਨੂੰ ਅੱਜ ਹੋ ਚੁੱਕਿਆ, ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹ ਸਰਕਾਰ ਵੱਲੋਂ ਕੀਤੇ ਗਏ ਆ ਜਾਂ ਜਿਹੜਾ ਇੱਥੇ ਕਾਰਜਕਾਰੀ ਜਿਹੜੇ ਮੌਜੂਦ ਨੇ, ਇੱਥੇ ਜਿਹੜੇ ਮੈਂਬਰ ਇੱਥੇ ਕੰਮ ਕਰਦੇ ਨੇ, ਜਿਹੜੇ ਵਰਕਰ ਇੱਥੇ ਕੰਮ ਕਰਦੇ ਨੇ, ਡਾਕਟਰ ਸਾਹਿਬ ਦੀ ਅਸੀਂ ਗੱਲ ਕਰ ਲਈਏ ਜਾਂ ਹੋਰ ਜਿਹੜੇ ਕਰਮਚਾਰੀ ਇੱਥੇ ਕੰਮ ਕਰਦੇ ਨੇ, ਉਹਨਾਂ ਵੱਲੋਂ ਜਿਹੜੇ ਕਿਸ ਤਰ੍ਹਾਂ ਦੇ ਕੋਈ ਪ੍ਰਬੰਧ ਇੱਥੇ ਪੁਖਤਾ ਜਿਹੜੇ ਕੀਤੇ ਗਏ ਆ। ਤਸਵੀਰਾਂ ਤੁਹਾਨੂੰ ਮੁਹੱਲਾ ਕਲੀਨਿਕ ਦੀਆਂ ਦਿਖਾ ਰਹੇ ਹਾਂ। ਜੀ ਹਾਂ, ਅਸੀਂ ਚਾਂਸ ਸਿਨੇਮੇ ਕੋਲ ਜਿਹੜਾ ਮੁਹੱਲਾ ਕਲੀਨਿਕ ਖੁੱਲ੍ਹਿਆ ਸੀ ਉੱਥੇ ਅੱਜ ਮੌਜੂਦ ਹਾਂ ਤੇ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਆਓ ਅੰਦਰ ਲੈ ਕੇ ਚੱਲਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਕੀ ਬਦਲਾਅ ਹੋਇਆ, ਕੀ ਬਦਲਾਅ ਜਿਹੜਾ ਉਹ ਵਾਕਈ ਹੋਇਆ ਜਾਂ ਕਹਿਣ ਨੂੰ ਕੁਝ ਹੋਰ ਹੈ ਤੇ ਦਿਖਾਉਣ ਨੂੰ ਕੁਝ ਹੋਰ ਹੈ, ਜਾਂ ਹਾਲ ਉਹੀ ਹੈ ਜਿਹੜਾ ਆਮ ਤੌਰ 'ਤੇ ਪਹਿਲਾਂ ਸਰਕਾਰੀ ਹਸਪਤਾਲਾਂ ਦਾ ਹੁੰਦਾ ਸੀ, ਉਹੀ ਅੱਜ ਹਾਲ ਮੁਹੱਲਾ ਕਲੀਨਿਕਾਂ ਦਾ ਹੋਇਆ ਪਿਆ। ਤੁਹਾਨੂੰ ਪੂਰੀ ਜਿਹੜੀ ਗਰਾਊਂਡ ਰਿਪੋਰਟ ਆ ਉਹ ਅਸੀਂ ਦਿਖਾਉਂਦੇ ਹਾਂ ਚੈਨਲ ਦੇ ਮਾਧਿਅਮ ਰਾਹੀਂ। ਸੋ ਮੁਹੱਲਾ ਕਲੀਨਿਕ ਦੇ ਵਿੱਚ ਮੌਜੂਦ ਹਾਂ, ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ। ਲੋਕਾਂ ਦੇ ਕੁਝ ਸਵਾਲ ਨੇ ਜਿਨ੍ਹਾਂ ਦਾ ਜਵਾਬ ਅੱਜ ਮੁਹੱਲਾ ਕਲੀਨਿਕ ਦੇ ਡਾਕਟਰ ਨੇ ਉਹਨਾਂ ਤੋਂ ਅਸੀਂ ਲੈਣਾ ਹੈ। ਕਈ ਲੋਕਾਂ ਦੇ ਜਿਹੜੇ ਸਵਾਲ ਇਹ ਨੇ ਕਿ ਅਕਸਰ ਸਾਨੂੰ ਕੋਈ ਤਕਲੀਫ ਹੁੰਦੀ ਹੈ, ਅਸੀਂ ਮੁਹੱਲਾ ਕਲੀਨਿਕ ਵਿੱਚ ਦਵਾਈ ਲੈਣ ਜਾਂਦੇ ਹਾਂ, ਪਰ ਨਾ ਹੀ ਉਹਨਾਂ ਵੱਲੋਂ ਜਿਹੜਾ ਕੋਈ ਬੀਪੀ ਦਿਖਿਆ ਜਾਂਦਾ ਤੇ ਨਾ ਹੀ ਕੋਈ ਥਰਮਾਮੀਟਰ ਲਗਾ ਕੇ ਬੁਖਾਰ ਜਿਹੜਾ ਉਹ ਚੈੱਕ ਕੀਤਾ ਜਾਂਦਾ। ਰਿਪੋਰਟਾਂ ਦੀ ਗੱਲ ਕਰ ਲਈਏ, ਜਿਹੜੇ ਇੱਥੇ ਟੈਸਟ ਹੁੰਦੇ ਆ, ਲੋਕਾਂ ਵੱਲੋਂ ਜਿਹੜਾ ਇਹ ਕਹਿਣਾ ਕਿ ਜੇ ਅਸੀਂ ਇੱਥੋਂ ਟੈਸਟ ਕਰਾਉਣੇ ਆ ਤਾਂ ਇਹ ਟੈਸਟਾਂ ਦੀ ਰਿਪੋਰਟ ਜਿਹੜੀ ਕੁਝ ਹੋਰ ਹੁੰਦੀ ਹੈ। ਜੇ ਇਹੀ ਟੈਸਟ ਅਸੀਂ ਬਾਹਰੋਂ ਪ੍ਰਾਈਵੇਟ ਹਸਪੀਟਲ ਤੋਂ ਜਾ ਕੇ ਤੋਂ ਕਰਵਾਉਣੇ ਆ ਤਾਂ ਉਹਨਾਂ ਦੀ ਟੈਸਟ ਦੀ ਰਿਪੋਰਟ ਆ ਜਿਹੜੀ ਉਹ ਕੁਝ ਹੋਰ ਹੁੰਦੀ ਹੈ। ਕੀ ਇਹ ਵਾਕਈ ਗੱਲਾਂ ਸੱਚ ਨੇ? ਡਾਕਟਰ ਸਾਹਿਬ ਕੋਲ ਅਸੀਂ ਮੌਜੂਦ ਆ, ਉਹਨਾਂ ਨਾਲ ਅਸੀਂ ਇਹ ਮਾਮਲੇ 'ਤੇ ਅੱਜ ਗੱਲਬਾਤ ਜਿਹੜੀ ਉਹ ਕਰਨੀ ਹੈ। ਕੀ ਸੱਚਾਈ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟ ਹੋ ਰਹੀ ਹੈ ਕਿ ਜਾਂ ਕੋਈ ਜਿਹੜਾ ਸਰਕਾਰੀ ਸਿਸਟਮ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਹੈ? ਸੋ ਇਹ ਚੀਜ਼ ਦਾ ਅਸੀਂ ਅੱਜ ਹੱਲ ਕੱਢਣ ਵਾਸਤੇ ਮੁਹੱਲਾ ਕਲੀਨਿਕ ਦੇ ਵਿੱਚ ਮੌਜੂਦ ਹਾਂ। ਲੋਕਾਂ ਵੱਲੋਂ ਲਗਾਤਾਰ ਜਿਹੜੀਆਂ ਸ਼ਿਕਾਇਤਾਂ ਉਹ ਮੁਹੱਲਾ ਕਲੀਨਿਕ ਨੂੰ ਲੈ ਕੇ ਆ ਰਹੀਆਂ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਮੁਹੱਲਾ ਕਲੀਨਿਕ ਖੁੱਲ੍ਹਣ ਨੂੰ ਬੇਸ਼ੱਕ 1 ਮਹੀਨੇ ਦਾ ਸਮਾਂ ਹੋਇਆ, ਪਰ ਲੋਕਾਂ ਦੀਆਂ ਕੁਝ ਸ਼ਿਕਾਇਤਾਂ ਵੀ ਨੇ ਜਿਹੜੀਆਂ ਸਾਹਮਣੇ ਲਗਾਤਾਰ ਆ ਰਹੀਆਂ। ਕੀ ਉਹ ਸ਼ਿਕਾਇਤਾਂ ਨੇ, ਕਿੰਨੀ ਸੱਚਾਈ ਹੈ, ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਸੋ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਸੁਣਨ ਦੇ ਵਿੱਚ ਜਿਹੜੀ ਲੋਕਾਂ ਵੱਲੋਂ ਆਮ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਮੁਹੱਲਾ ਕਲੀਨਿਕ ਦੇ ਵਿੱਚ ਆਉਣੇ ਆ, ਜੇ ਸਾਨੂੰ ਕੋਈ ਬੀਪੀ ਦੀ ਸ਼ਿਕਾਇਤ ਆ ਤਾਂ ਉੱਥੇ ਸਾਡਾ ਬੀਪੀ ਚੈੱਕ ਨਹੀਂ ਕੀਤਾ ਜਾਂਦਾ। ਜੇ ਸਾਨੂੰ ਕੋਈ ਬੁਖਾਰ, ਅਸੀਂ ਦੱਸਦੇ ਹਾਂ ਵੀ ਸਾਨੂੰ ਬੁਖਾਰ ਲੱਗ ਰਿਹਾ ਤਾਂ ਉਹਨਾਂ ਵੱਲੋਂ ਬੁਖਾਰ ਚੈੱਕ ਨਹੀਂ ਕੀਤਾ ਜਾਂਦਾ, ਇੱਦਾਂ ਦੂਰੋਂ ਖੜੇ ਹੋ ਕੇ ਦੇਖ ਲਿਆ ਵੀ ਤੁਹਾਨੂੰ ਹਾਲਤ ਦੇਖ ਕੇ ਦਵਾਈ ਅੰਦਾਜ਼ੇ ਨਾਲ ਦਿੱਤੀ ਜਾਂਦੀ ਹੈ। नहीं पेशेंट तो ठीक हो रहे, ताई दोबारा आ रहे हैं तो बीपी वगैरह भी चेक होता है लगातार, तो फीवर भी चेक होता है, तो सारे टेस्ट वगैरह भी करते हैं। ताई पेशेंट इन्ने लंबे लाइन लगा के बार आते हैं, अपने आस पड़ोस में लैके आते हैं, तो फर्क पै रहा, ताई पेशेंट आते दोबारा। तो सर एक होर जी गल कही जा रही है लोगों वालों कि ਜਿਹੜੇ ਅਸੀਂ ਟੈਸਟ ਕਰਵਾਏ ਆ ਮੁਹੱਲਾ ਕਲੀਨਿਕ ਤੋਂ ਕਰਵਾਇਆ ਟੈਸਟ, ਉਹਨਾਂ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਉਹ ਰਿਪੋਰਟ ਨੋਰਮਲ ਹੈ ਬਿਲਕੁਲ। ਜਦੋਂ ਹੀ ਅਸੀਂ ਉਹੀ ਟੈਸਟ ਪ੍ਰਾਈਵੇਟ ਹਸਪੀਟਲ ਤੋਂ ਜਾ ਕੇ ਕਰਵਾਉਣੇ ਆ ਤਾਂ ਉਹ ਰਿਪੋਰਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਤਾਂ ਫਿਰ ਕੀ ਇੱਕ ਸਵਾਲ ਇਹ ਹੈ ਵੀ ਕੀ ਮੁਹੱਲਾ ਕਲੀਨਿਕ ਦਾ ਜਿਹੜਾ ਸਿਸਟਮ ਹੈ ਉਹ 'ਚ ਕੋਈ ਦਿੱਕਤ ਹੈ ਜਾਂ ਜਿਹੜੇ ਪ੍ਰਾਈਵੇਟ ਹਸਪਤਾਲਾਂ ਵਾਲੇ ਲੁੱਟ ਕਰ ਰਹੇ ਆ? नहीं है तो लैब वालों ने देखना चाहिए कि किस तरह कोई लैब कर रही है, टेस्ट कर रहे और अपनी मशीन कैलिब्रेट करा रहे हैं, नहीं करा रहे कैलिब्रेट।
ਤੇ ਸਾਡੀ ਤੇ ਜਨਰਲ ਲੈਬ ਹੈ ਤੇ ਸਰਕਾਰੀ ਲੈਬ ਹੈ ਜਿੱਧਰ ਬਹੁਤ ਸਾਰੇ ਸੈਂਪਲ ਜਾਂਦੇ ਨੇ ਔਰ ਰੈਗੂਲਰ ਉਹਨਾਂ ਦਾ ਚੈੱਕਅਪ ਹੁੰਦਾ ਰਹਿੰਦਾ ਹੈ ਤੇ ਵੈਰੀਫਾਈ ਹੁੰਦੀ ਰਹਿੰਦੀ ਰਿਪੋਰਟਸ ਵਗੈਰਾ ਤੇ ਪੇਸ਼ੈਂਟਸ ਤੇ ਰਿਲਾਈ ਕਰਦੇ ਨੇ ਸਾਡੀ ਲੈਬ ਤੇ ਬਸ। ਸਰ ਜਿਹੜਾ ਰਿਪੋਰਟ ਦੇ ਵਿੱਚ ਅਸੀਂ ਰਿਪੋਰਟ ਦੀ ਗੱਲ ਕਰ ਲਈਏ, ਰਿਪੋਰਟ ਦੇ ਵਿੱਚ ਜਿਹੜਾ ਫਿਰ ਅੰਤਰ ਆਉਂਦਾ ਹੈ, ਸਰਕਾਰੀ ਮੁਹੱਲਾ ਕਲੀਨਿਕ ਦੀ ਰਿਪੋਰਟ ਕੁਝ ਹੋਰ ਹੁੰਦੀ ਹੈ, ਪ੍ਰਾਈਵੇਟ ਦੀ ਕੁਝ ਹੋਰ ਹੁੰਦੀ ਹੈ, ਇਹ ਅੰਤਰ ਕਿਉਂ ਆਉਂਦਾ ਜੀ? ਤੇ ਪ੍ਰਾਈਵੇਟ ਲੈਬ ਤੋਂ ਵਾਲਿਆਂ ਨੂੰ ਪੁੱਛਣਾ ਚਾਹੀਦਾ ਹੈ ਕਿਉਂਕਿ ਉਹ ਕੈਲੀਬਰੇਟ ਕਰਾ ਰਹੇ ਨਹੀਂ ਕਰਾ ਰਹੇ ਨੇ ਟੈਸਟ ਵਗੈਰਾ ਉਹਨਾਂ ਦੇ ਕਿਸ ਤਰ੍ਹਾਂ ਹੋ ਰਹੇ ਨੇ, ਪ੍ਰੋਪਰ ਲੈਬ ਟੈਕਨੀਸ਼ੀਅਨ ਕਰ ਰਿਹਾ ਟੈਸਟ ਨਹੀਂ ਕਰ ਰਿਹਾ, ਡਾਕਟਰ ਅੱਗੇ ਚੈੱਕ ਕਰ ਰਹੇ ਨੇ ਨਹੀਂ ਕਰ ਰਹੇ। ਇੱਧਰ ਤਾਂ ਪੂਰਾ ਇੱਕ ਬਣੀ ਹੋਈ ਹੈ ਸਿਸਟਮ ਬਣਿਆ ਹੋਇਆ ਇੱਧਰ ਸਰਕਾਰੀ ਲੈਬ ਦਾ, ਇੱਧਰ ਡਾਕਟਰ ਵੀ ਹੈਗੇ ਨੇ, ਲੈਬ ਟੈਕਨੀਸ਼ੀਅਨ ਵੀ ਪ੍ਰੋਪਰ ਹੈਗੇ ਨੇ, ਬਾਕਾਇਦਾ ਉਹਨਾਂ ਦੀ ਟ੍ਰੇਨਿੰਗ ਵਗੈਰਾ ਵੀ ਹੁੰਦੀ ਰਹਿੰਦੀ ਹੈ ਟਾਈਮ ਟੂ ਟਾਈਮ। ਤੇ ਇੱਕ ਜਿਹੜੇ ਸਰ ਤੁਹਾਡੇ ਇੱਥੇ ਫਾਰਮਾਸਿਸਟ ਬੈਠੇ ਨੇ ਬਾਹਰ, ਉਹਨਾਂ ਵੱਲੋਂ ਜਿਹੜੀ ਗੱਲ ਹੁਣੇ ਜਿਹੜੀ ਗੱਲ ਉਹ ਕਹੀ ਗਈ ਆ ਕਿ ਉਹਨਾਂ ਨੂੰ ਇਹੀ ਸਵਾਲ ਮੈਂ ਪੁੱਛਿਆ ਸੀ ਵੀ ਕੋਈ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਤੁਸੀਂ ਪਹਿਲਾਂ, ਕਿਉਂਕਿ ਇੱਕ ਡਾਕਟਰ ਦਾ ਨੋਰਮਲ ਜਿਹੜਾ ਫੰਡਾ ਹੁੰਦਾ ਹੈ ਉਹ ਇਹ ਹੁੰਦਾ ਜਦੋਂ ਕੋਈ ਪੇਸ਼ੈਂਟ ਆਉਂਦਾ ਸਭ ਤੋਂ ਪਹਿਲਾਂ ਉਹਦਾ ਫੀਵਰ ਚੈੱਕ ਕੀਤਾ ਜਾਂਦਾ, ਉਹਦੀ ਸਿਚੁਏਸ਼ਨ ਨੂੰ ਦੇਖਦੇ, ਉਸ ਤੋਂ ਬਾਅਦ ਜਿਹੜਾ ਉਹਦਾ BP ਚੈੱਕ ਕੀਤਾ ਜਾਂਦਾ। ਤਾਂ ਫਾਰਮਾਸਿਸਟ ਦਾ ਜਿਹੜਾ ਕਹਿਣਾ ਗਾ ਕਿ ਸਾਡੇ ਕੋਲ ਤਕਰੀਬਨ ਦਿਨ ਦੇ ਵਿੱਚ 150 ਪੇਸ਼ੈਂਟ ਆਉਂਦਾ, ਜੇ ਅਸੀਂ ਹਰ ਇੱਕ ਪੇਸ਼ੈਂਟ ਦਾ ਫੀਵਰ ਚੈੱਕ ਕਰਦੇ ਹਾਂ ਚਾਹੇ ਅਸੀਂ BP ਚੈੱਕ ਕਰਦੇ ਹਾਂ ਤਾਂ ਸਾਨੂੰ ਘੱਟੋ ਘੱਟ 1 ਮਿੰਟ ਲੱਗਦਾ ਦੋਨਾਂ ਪ੍ਰੋਸੈਸ ਕਰਨ ਨੂੰ, ਤਾਂ 150 ਮਿੰਟ ਜਿਹੜਾ ਦਿਨ ਦਾ, ਕਿਉਂਕਿ 6 ਘੰਟੇ ਮੁਹੱਲਾ ਕਲੀਨਿਕ ਓਪਨ ਹੁੰਦਾ, ਤਾਂ 150 ਮਿੰਟ ਉਹ ਕਹਿੰਦੇ ਵੀ ਸਾਨੂੰ ਸਿਰਫ ਇਹੀ ਘੰਟੇ ਚਲਾ ਜਾਊਗਾ, ਤਾਂ ਕਰਕੇ ਇਹ ਚੈੱਕ ਨਹੀਂ ਕਰਦੇ ਤੇ ਜਿਹਦੇ ਕਰਕੇ ਅਸੀਂ ਉੱਦਾਂ ਹੀ ਪੇਸ਼ੈਂਟ ਨੂੰ ਦੇਖ ਕੇ ਦਵਾਈ ਦੇ ਦਿੰਦੇ ਹਾਂ। ਦੇਖੋ ਜਿੱਦਾਂ ਜ਼ਰੂਰਤ ਪੈਂਦੀ ਹੈ ਉਹਦਾ BP ਵੀ ਚੈੱਕ ਹੁੰਦਾ, ਸਾਰੇ ਟੈਸਟ ਵੀ ਕਰਾਈਦੇ ਨੇ ਤੇ ਫੀਵਰ ਵੀ ਚੈੱਕ ਹੋਈਦਾ, ਬਾਕੀ ਹੱਥ ਨਾਲ ਵੀ ਦੇਖ ਲਈਦਾ ਕਿ ਪੇਸ਼ੈਂਟ ਕਿਸ ਤਰ੍ਹਾਂ ਹੈਗਾ। ਹੁਣੇ ਵੀ ਪੇਸ਼ੈਂਟ 2-3 ਸਿੱਕ ਆਏ ਸੀ ਤਾਂ ਫਟਾਫਟ ਉਹਨਾਂ ਨੇ ਭੇਜਤਾ, ਅਗਰ ਅਸੀਂ ਸਭ ਨਾਲ ਕਰਨ ਲੱਗ ਜਾਵਾਂਗੇ ਤਾਂ ਜਿਹੜੇ ਸਿੱਕ ਪੇਸ਼ੈਂਟ ਉਹ ਰਹਿ ਜਾਣਗੇ ਤੇ ਸਾਨੂੰ ਸਭ ਤਰਫ ਤੋਂ ਦੇਖਣਾ ਹੈਗਾ। ਤੇ ਜਿਹਨੂੰ ਜੋ ਚੀਜ਼ ਲੱਗਦੀ ਹੈ, ਅਗਰ ਕਿਸੇ ਨੂੰ ਵੋਮਿਟਿੰਗ ਆ ਰਹੀ ਹੈ, ਡੀਹਾਈਡਰੇਸ਼ਨ ਹੈਗਾ ਤੇ ਫਟਾਫਟ ਉਹਨੂੰ ਅਸੀਂ ਇੰਜੈਕਸ਼ਨ ਵੀ ਦੇ ਦਿੰਦੇ ਹਾਂ ਤਾਂ ਕਿ ਫਟਾਫਟ ਬੱਚਾ ਕੁਝ ਖਾ ਪੀਣ ਲੱਗ ਜਾਏ। ਤੇ ਇਹ ਤੇ ਵੇਖਣਾ ਪੈਂਦਾ ਪੇਸ਼ੈਂਟ ਟੂ ਪੇਸ਼ੈਂਟ ਦੇਖਣਾ ਪੈਂਦਾ ਕਿ ਅਸੀਂ ਕੀ ਕਰਨਾ ਚਾਹੀਦਾ, ਉਹਦਾ ਜਿਹੜਾ ਬੈਸਟ ਪੋਸੀਬਲ ਹੁੰਦਾ ਅਸੀਂ ਕਰਦੇ ਹਾਂ, ਸਭ ਪੇਸ਼ੈਂਟ ਦਾ ਕਰਦੇ ਨੇ, ਤਾਂ ਹੀ ਅੱਜ ਦੀ ਡੇਟ 'ਚ 200 ਤੱਕ ਵੀ OPD ਜਾ ਰਹੀ ਹੈ ਤੇ ਤਾਂ ਹੀ ਪੇਸ਼ੈਂਟ ਖੁਸ਼ ਹੋ ਕੇ ਆ ਰਹੇ। ਤੁਸੀਂ ਦੇਖ ਹੀ ਰਹੇ ਹੋ ਕਿੰਨੇ ਪੇਸ਼ੈਂਟ ਨੇ ਬਾਹਰ ਤੇ ਸਾਰੇ ਖੁਸ਼ ਨੇ। ਤੁਹਾਡੇ ਕਹਿਣ ਦਾ ਮਤਲਬ ਇਹ ਪੇਸ਼ੈਂਟ ਜਦੋਂ ਹੀ ਤੁਹਾਡੇ ਕੋਲ ਆਉਂਦਾ ਉਹਦੀ ਸਿਚੁਏਸ਼ਨ ਦੇਖਦੇ ਆ, ਜੇ ਤੁਹਾਨੂੰ ਤੁਹਾਡੇ ਡਿਫਿਕਲਟ ਸਿਚੁਏਸ਼ਨ ਉਹਦੀ ਲੱਗਦੀ ਹੈ, ਕ੍ਰਿਟੀਕਲ ਲੱਗਦੀ ਹੈ, ਤਾਂ ਉਸ ਤੋਂ ਬਾਅਦ ਉਹਦੇ ਸਾਰੇ ਟੈਸਟ ਹੁੰਦੇ ਆ, ਜੇ ਤੁਹਾਨੂੰ ਦੇਖਣ ਨੂੰ ਨਾਰਮਲ ਲੱਗਦਾ ਤਾਂ ਫਿਰ ਉਹਨੂੰ ਜਿਹੜੀ ਨਾਰਮਲ ਹੈ ਉਹ ਐਂਟੀਬਾਇਓਟਿਕ ਜਾਂ ਮੈਡੀਸਨ ਉਹ ਦਿੱਤੀ ਜਾਂਦੀ ਹੈ। ਪੇਸ਼ੈਂਟ ਅਗਰ ਆਉਂਦਾ ਸਾਡੇ ਕੋਲ, ਅਗਰ ਤੇ ਪੇਸ਼ੈਂਟ ਠੀਕ ਹੁੰਦਾ, ਸਾਨੂੰ ਲੱਗਦਾ ਕਿ ਉਹਦਾ ਕੁਝ ਨਹੀਂ ਕਰਾਉਣਾ ਤੇ ਅਸੀਂ ਕੁਝ ਨਹੀਂ ਕਰਾਉਂਦੇ, ਮਤਲਬ ਸਿਰਫ ਮੈਡੀਸਨ ਦੇ ਕੇ ਅਸੀਂ ਤੋੜ ਦੇਈਦਾ। ਬਾਕੀ ਲੱਗਦਾ ਸਾਨੂੰ ਫੀਵਰ ਹੈ, ਕਾਫੀ ਟਾਈਮ ਤੋਂ ਫੀਵਰ ਚੱਲ ਰਿਹਾ, ਉਹਦਾ ਕੰਟਰੋਲ ਨਹੀਂ ਹੋ ਰਿਹਾ ਫੀਵਰ, ਇੱਧਰ ਉੱਧਰ ਤੋਂ ਦਵਾਈ ਵੀ ਲੈ ਚੁੱਕਿਆ ਹੋ, ਤਾਂ ਫਿਰ ਅਸੀਂ ਟੈਸਟ ਕਰਾਉਂਦੇ ਹਾਂ ਤੇ ਹਾਇਰ ਐਂਟੀਬਾਇਓਟਿਕ ਨਾਲ ਜਾਂਦੇ ਹਾਂ। ਤੇ ਅਗਰ ਸਾਨੂੰ ਲੱਗਦਾ ਕਿ ਪੇਸ਼ੈਂਟ ਤਾਂ ਵੀ ਕੰਟਰੋਲ ਨਹੀਂ ਹੋ ਰਿਹਾ, ਫਿਰ ਅਸੀਂ ਸਿਵਲ ਹਸਪੀਟਲ ਜਾਂ ਜਿਸ ਤਰ੍ਹਾਂ ਲੋਕਲ ਹਸਪੀਟਲ ਉਹਨਾਂ ਦੇ ਗਵਰਨਮੈਂਟ ਹਸਪੀਟਲ ਹੈਗੇ ਉਹ ਉੱਧਰ ਫਿਰ ਅਸੀਂ ਰੈਫਰ ਕਰ ਦਈਦਾ। ਸਰ ਜੇ ਅਸੀਂ ਪੇਸ਼ੈਂਟਾਂ ਦੀ ਗੱਲ ਕਰ ਲਈਏ ਤਾਂ ਪੇਸ਼ੈਂਟਾਂ ਦੀ ਗਿਣਤੀ ਦੇ ਵਿੱਚ ਕਿੰਨਾ ਕੁ ਵਾਧਾ ਹੋਇਆ ਹੁਣ ਤੱਕ? ਹੁਣ ਤੇ ਬਹੁਤ ਜ਼ਿਆਦਾ ਹੋ ਗਿਆ, ਹੁਣ ਤੇ 150 ਤੱਕ ਦੀ OPD ਸਾਡੀ ਸਟੇਬਲ ਹੋ ਗਈ ਹੈ ਤੇ 200 ਤੱਕ ਵੀ ਚਲੇ ਜਾਂਦੇ ਕਦੇ ਤੇ ਪੇਸ਼ੈਂਟ ਖੁਸ਼ ਹੋ ਰਹੇ ਨੇ ਤਾਂ ਹੀ ਆ ਰਹੇ ਨੇ। ਉਹ ਕਹਿੰਦੇ ਸਾਨੂੰ ਹੁਣ ਪਤਾ ਚੱਲ ਲੱਗਿਆ ਹੈ, ਨਾਲੇ ਹਸਪਤਾਲ ਵਾਲੇ ਨੇ ਤਾਰੀਫ ਕੀਤੀ ਕਿ ਠੀਕ ਹੈ ਉਹਦਾ ਟਾਈਮ ਦੀ ਕੇਅਰ ਹੋ ਜਾਂਦੀ ਹੈ, ਡਾਕਟਰ ਅੱਛੀ ਤਰੀਕੇ ਨਾਲ ਦੇਖ ਲੈਂਦੇ ਨੇ, ਦਵਾਈਆਂ ਅੱਛੀ ਹੈਗੀਆਂ, ਟੈਸਟ ਵੀ ਹੈਗੇ ਨੇ ਫ੍ਰੀ ਤੇ ਪੇਸ਼ੈਂਟ ਖੁਸ਼ ਨੇ ਤਾਂ ਹੀ ਪੇਸ਼ੈਂਟ ਆ ਰਹੇ ਨੇ, ਹੈ ਨਾ। ਸੋ ਮੁਹੱਲਾ ਕਲੀਨਿਕ ਦੇ ਜਿਹੜੇ ਡਾਕਟਰ ਸਾਹਿਬ ਨੇ ਉਹ ਸਾਡੇ ਨਾਲ ਮੌਜੂਦ ਸਨ ਤੇ ਉਹਨਾਂ ਤੋਂ ਜਿਹੜੇ ਸਵਾਲ ਹੈ ਕੁਝ ਅਸੀਂ ਉਹਨਾਂ ਨਾਲ ਸਾਂਝੇ ਕੀਤੇ ਆ ਤੇ ਉਹਨਾਂ ਵੱਲੋਂ ਜਿਹੜਾ ਜਵਾਬ ਆ ਉਹ ਦਿੱਤਾ ਗਿਆ, ਕਿਉਂਕਿ ਕਈ ਲੋਕਾਂ ਦਾ ਜਿਹੜਾ ਹੈ ਉਹ ਸ਼ਿਕਵਾ ਵੀ ਹੈ, ਕਈ ਲੋਕਾਂ ਦਾ ਗਿਲਾ ਵੀ ਹੈ ਤੇ ਵੱਖ-ਵੱਖ ਜਿਹੜੀਆਂ ਸਮੱਸਿਆਵਾਂ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਅਸੀਂ ਉਹ ਵੀ ਦਿਖਾ ਰਹੇ ਹਾਂ ਤੇ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਤੇ ਹੁਣ ਅਸੀਂ ਤੁਹਾਨੂੰ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਤੁਹਾਡੀ ਅਸੀਂ ਕਰਾਉਣੇ ਆ ਕਿ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਕਿ ਵਾਕਈ ਉਹ ਮੁਹੱਲਾ ਕਲੀਨਿਕ ਦੇ ਵਿੱਚ ਆ ਕੇ ਉਹ ਠੀਕ ਹੋ ਰਹੀਆਂ ਜਾਂ ਜਿਹੜੀਆਂ ਲੋਕਾਂ ਵੱਲੋਂ ਕੁਝ ਅਫਵਾਹਾਂ ਨੇ ਉਹ ਫੈਲਾਈਆਂ ਜਾ ਰਹੀਆਂ ਮੁਹੱਲਾ ਕਲੀਨਿਕ ਨੂੰ ਲੈ ਕੇ, ਕਿ ਇਹ ਕੋਈ ਚਾਲ ਹੈ ਜਾਂ ਕਿਸੇ ਦੀ ਕੋਈ ਸਾਜ਼ਿਸ਼ ਹੈ ਜਾਂ ਜੋ ਮੁਹੱਲਾ ਕਲੀਨਿਕ ਇੱਕ ਦਿੱਲੀ ਮਾਡਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਈ ਚਾਲ ਹੈ, ਕੋਈ ਅਫਵਾਹਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ, ਸੱਚਾਈ ਕੀ ਹੈ ਤੁਹਾਨੂੰ ਅੱਜ ਅਸੀਂ ਉਹ ਦਿਖਾਉਣੀ ਆ। ਸੋ ਮੁਹੱਲਾ ਕਲੀਨਿਕ 'ਤੇ ਖੜ੍ਹੇ ਹਾਂ, ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕਰਨ ਲੱਗੀ ਆ ਤੇ ਹੁਣ ਤੁਹਾਨੂੰ ਅਸੀਂ ਬਾਹਰ ਲੋਕਾਂ ਦੇ ਕੋਲ ਲੈ ਕੇ ਚੱਲਦੇ ਹਾਂ, ਉਹਨਾਂ ਨਾਲ ਜਿਹੜੀ ਗੱਲਬਾਤ ਆ ਉਹ ਅਸੀਂ ਕਰਦੇ ਹਾਂ। ਸੋ ਬਾਹਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਦੀਆਂ ਜਿਹੜੀਆਂ ਲਾਈਨਾਂ ਉਹ ਲੱਗੀਆਂ ਗਈਆਂ। ਹੁਣ ਟਾਈਮ ਦੀ ਅਸੀਂ ਗੱਲ ਕਰ ਲਈਏ ਮੁਹੱਲਾ ਕਲੀਨਿਕ ਤੇ ਅਸੀਂ ਖੜ੍ਹੇ ਹਾਂ, ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹੁਣ ਟਾਈਮ ਦੀ ਅਸੀਂ ਗੱਲ ਕਰ ਲਈਏ ਤਾਂ 12 ਵਜੇ ਤੋਂ ਜਿਹੜਾ ਉੱਪਰਲਾ ਉਹ ਟਾਈਮ ਹੋ ਰਿਹਾ ਤੇ ਉਦੋਂ ਤੁਹਾਨੂੰ ਦਿਖਾ ਸਕਦੇ ਹਾਂ ਕਿ 110 ਜਿਹੜੇ ਮਰੀਜ਼ ਹੈ
ਉੱਥੇ ਨੰਬਰਿੰਗ ਲੱਗੀ ਹੋਈ ਹੈ, ਤੁਸੀਂ ਦੇਖ ਸਕਦੇ ਹੋ, ਕਿਉਂਕਿ ਜਦੋਂ ਕੋਈ ਪੇਸ਼ੈਂਟ ਦਾ ਟ੍ਰੀਟਮੈਂਟ ਕੀਤਾ ਜਾਂਦਾ ਤਾਂ ਉਸ ਨੂੰ ਦੇਖਿਆ ਜਾਂਦਾ। ਉਸ ਤੋਂ ਬਾਅਦ ਇਹ ਨੰਬਰਿੰਗ ਹੈ ਜਿਹਦੇ ਨਾਲ ਪੇਸ਼ੈਂਟਾਂ ਨੂੰ ਜਿਹੜੇ ਟੋਕਨ ਉਹ ਵੰਡੇ ਜਾਂਦੇ ਤੇ 110 ਪੇਸ਼ੈਂਟ ਹੈ ਜਿਹੜੇ ਉਹ ਹੁਣ ਤੱਕ ਦੇਖੇ ਜਾ ਚੁੱਕੇ ਆ ਤੇ ਉਸ ਤੋਂ 110 ਪੇਸ਼ੈਂਟ ਦੇਖਣ ਤੋਂ ਬਾਅਦ ਵੀ ਜਿਹੜੀਆਂ ਲਾਈਨਾਂ ਕਾਫੀ ਲੰਬੀਆਂ ਲੱਗੀਆਂ ਹੋਈਆਂ ਨੇ। ਲੋਕ ਇੱਥੇ ਆਪਣੀ ਵਾਰੀ ਦਾ ਜਿਹੜਾ ਇੰਤਜ਼ਾਰ ਹੈ ਉਹ ਇੱਥੇ ਲੋਕ ਕਰ ਰਹੇ ਆ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਬੈਠੇ ਇੱਥੇ ਆਪਣੀ ਵਾਰੀ ਦਾ ਜਿਹੜਾ ਉਹ ਇੰਤਜ਼ਾਰ ਕਰ ਰਹੇ ਆ ਤੇ ਲੋਕਾਂ ਵੱਲੋਂ ਆਪਣੀ ਵਾਰੀ ਦੀ ਜਿਹੜੀ ਵੇਟ ਕੀਤੀ ਜਾ ਰਹੀ ਹੈ। ਤੇ ਹੁਣ ਜਿਹੜੀਆਂ ਗੱਲਾਂ ਮੁਹੱਲਾ ਕਲੀਨਿਕ ਨੂੰ ਲੈ ਕੇ ਹੋ ਰਹੀਆਂ ਨੇ ਉਹ ਸੱਚਾਈ ਕੀ ਹੈ, ਉਹਨਾਂ ਨਾਲ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਵਾਕਈ ਉਹ ਗੱਲਾਂ ਸੱਚ ਨੇ ਜਾਂ ਸਿਰਫ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਸੋ ਆਓ ਤੁਹਾਨੂੰ ਅਸੀਂ ਲੋਕਾਂ ਦੇ ਨਾਲ ਮਿਲਾਉਂਦੇ ਹਾਂ ਤੇ ਉਹਨਾਂ ਨਾਲ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਦੇ ਹਾਂ। ਸੋ ਸਾਡੇ ਨਾਲ ਜਿਹੜੇ ਸਰਦਾਰ ਸਾਹਿਬ ਇੱਥੇ ਬੈਠੇ ਨੇ ਉਹ ਮੌਜੂਦ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਰ ਪਹਿਲੀ ਵਾਰੀ ਆਏ ਹੋ ਤੁਸੀਂ ਮੁਹੱਲਾ ਕਲੀਨਿਕ ਤੇ ਜਾਂ ਪਹਿਲਾਂ ਵੀ ਆਏ ਹੋ? ਪਹਿਲੀ ਵਾਰੀ ਆਏ ਹਾਂ। ਤੇ ਸਰ ਕੀ ਸੁਣਨ ਦੇ ਵਿੱਚ ਆਇਆ ਜੀ ਮੁਹੱਲਾ ਕਲੀਨਿਕ ਬਾਰੇ? ਸੁਣਿਆ ਤਾਂ ਇਹ ਹੈ ਵੀ ਕੋਈ ਠੀਕ ਉੱਥੇ ਇਲਾਜ ਹੁੰਦਾ, ਬਾਕੀ ਆ ਕੇ ਪਤਾ ਲੱਗੂਗਾ। ਹੁਣ ਤਾਂ ਹੀ ਆਏ ਆ, ਚੈੱਕ ਕਰਨੀ ਆਏ ਆ, ਫਸਟ ਟਾਈਮ ਆਏ ਆ। ਬਾਕੀ ਸਾਨੂੰ ਇਸ ਬਾਰੇ ਜ਼ਿਆਦਾ ਪਤਾ ਨਹੀਂ ਹੈਗਾ, ਕੁਝ ਕਹਿ ਨਹੀਂ ਸਕਦੇ। ਤੇ ਸਰ ਕਿੰਨਾ ਕੁ ਟਾਈਮ ਹੋ ਗਿਆ ਵੇਟ ਕਰਦਿਆਂ ਨੂੰ ਜੀ? ਸਾਨੂੰ ਅੱਧਾ ਘੰਟਾ ਹੋ ਗਿਆ ਜੀ। ਸਰ ਲੋਕਾਂ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਕਿ ਮੁਹੱਲਾ ਕਲੀਨਿਕ 'ਚ ਇਲਾਜ ਸਹੀ ਹੁੰਦਾ ਜਾਂ ਕੀ ਆ, ਉਹ ਤੁਸੀਂ ਉਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਆਏ ਹੋ? ਬੇਟਾ ਹਾਂ, ਇਹ ਸੋਚ ਕੇ ਆਏ ਆ ਵੀ ਚਲੋ ਦੇਖੋ ਕੀ ਬੈਨੀਫਿਟ ਮਿਲਦਾ ਨੇ ਇਹਦੇ ਕੋਲ। ਸਤਿ ਸ਼੍ਰੀ ਅਕਾਲ ਆਂਟੀ ਜੀ। ਹਾਂ ਸਤਿ ਸ੍ਰੀ ਅਕਾਲ। ਕਿੰਨੇ ਵਾਰੀ ਆ ਚੁੱਕੇ ਹੋ ਤੁਸੀਂ ਇੱਥੇ? 3-4 ਵਾਰ ਆਈ ਹਾਂ। ਤੇ ਕੋਈ ਫਰਕ ਲੱਗ ਰਿਹਾ ਕੁਝ? ਹਾਂ ਫਰਕ ਹੈ, ਕੈਂਪਸ਼ਨ ਦੀ ਦਵਾਈ ਲਿਜਾਨੀ ਫਰਕ ਹੈ ਅੱਗੇ ਨਾਲੋਂ। ਤੇ ਹੁਣ ਵੀ ਜਿਹੜੇ ਚੱਕਰ ਟੈਸਟ ਤੁਹਾਡੇ ਇੱਥੇ ਹੋਏ ਸੀਗੇ, ਤੁਸੀਂ ਕੋਈ ਬਾਹਰੋਂ ਵੀ ਰਿਪੋਰਟ ਕਰਾਈ ਆ ਹੋਰ ਕਿਤੋਂ? ਨਹੀਂ, ਹੋਰ ਨਹੀਂ ਕਿਤੋਂ ਕਰਾਈ, ਇੱਥੇ ਅੱਜ ਰਿਪੋਰਟ ਆਣੀ ਹੈ। ਤੁਸੀਂ 3-4 ਵਾਰੀ ਇੱਥੇ ਆ ਚੁੱਕੇ ਹੋ ਤੇ ਕਿੰਨਾ ਕੁ ਫਾਇਦਾ ਤੁਹਾਨੂੰ ਲੱਗ ਰਿਹਾ? ਨਹੀਂ ਫਰਕ ਹੈ ਅੱਗੇ ਨਾਲੋਂ। ਹੈਗਾ ਫਰਕ? ਹਾਂ ਫਰਕ ਹੈ। ਅੰਕਲ ਜੀ ਤੁਸੀਂ ਮੁਹੱਲਾ ਕਲੀਨਿਕ ਤੇ ਖੜੇ ਹੋ, ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਆ ਚੁੱਕੇ ਹੋ? ਮੈਂ ਤੀਜੀ ਵਾਰੀ ਆਇਆ ਜੀ ਇੱਥੇ। ਸ਼ੂਗਰ ਦਾ ਮਰੀਜ਼ ਹਾਂ ਮੈਂ, ਪਰ ਮੇਰੀ ਸ਼ੂਗਰ ਵੱਧ ਗਈ ਆ, ਘਟਣ ਦੀ ਵਜ੍ਹਾ ਨਾਲ ਵੱਧ ਗਈ ਆ। ਅੱਜ ਮੈਂ ਦਵਾਈ ਚੇਂਜ ਕਰਾਵਾਂ ਡਾਕਟਰ ਸਾਹਿਬ ਤੋਂ, ਪਰ ਇੱਥੇ ਸਟਾਫ ਦੀ ਬਹੁਤ ਕਮੀ ਆ। ਇੱਥੇ ਇੱਕ ਅੱਧਾ ਯਾਨੀ ਕਿ ਡਾਕਟਰ ਸਾਹਿਬ ਦੀ ਕਮੀ ਹੈ ਇੱਥੇ। ਮੈਂ ਕਹਿੰਦਾ ਵੀ ਸਰਕਾਰ ਨੂੰ ਇਹ ਹੋਣਾ ਚਾਹੀਦਾ ਵੀ ਡਾਕਟਰਾਂ ਦੀ ਜਿਹੜੀ ਕਮੀ ਹੈ ਪੂਰੀ ਹੋਣੀ ਚਾਹੀਦੀ ਹੈ। ਤੁਸੀਂ ਪਹਿਲਾਂ ਕੋਈ ਸ਼ੂਗਰ ਦਾ ਟੈਸਟ ਕਰਾਇਆ ਸੀਗਾ? ਹਾਂਜੀ ਚੈੱਕ ਕਰਾਇਆ ਸੀ ਮੈਂ ਸ਼ੂਗਰ। ਉਹ ਸ਼ੂਗਰ ਦਾ ਟੈਸਟ ਤੁਸੀਂ ਇੱਥੋਂ ਕਰਾਇਆ ਸੀ ਜਾਂ ਬਾਹਰੋਂ ਕਰਾਇਆ ਸੀ? ਪਹਿਲਾਂ ਬਾਹਰੋਂ ਕਰਾਈ ਸੀ ਸਾਰੇ ਮੈਂ। ਪਹਿਲਾਂ ਮੇਰੀ 250-300 ਰਹਿੰਦੀ ਸੀ ਅਤੇ ਮੈਂ ਪਰਸੋਂ ਚੈੱਕ ਕਰਾਈ ਸੀ ਅਤੇ ਮੇਰੀ 499 ਹੋ ਗਈ ਸੀ। ਤੇ ਸਰ ਫਿਰ ਇਹਦਾ ਮਤਲਬ ਇਹ ਹੈ ਵੀ ਜਿਹੜੇ ਤੁਸੀਂ ਬਾਹਰੋਂ ਟੈਸਟ ਕਰਾਏ ਆ ਤੇ ਜਿਹੜੇ ਇੱਥੋਂ ਟੈਸਟ ਕਰਾਏ ਆ ਇਹਨਾਂ ਵਿੱਚ ਕਾਫੀ ਅੰਤਰ ਹੈ? ਮੇਰੇ ਇਹਨਾਂ ਨੇ ਟੈਸਟ ਕੋਈ ਨਹੀਂ ਕੀਤਾ, ਮੇਰੀ ਦਵਾਈ ਦਿੰਦੇ ਆ ਇਹ। ਹਾਂਜੀ। ਤੇ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤੁਹਾਨੂੰ ਬਿਨਾਂ ਟੈਸਟ ਕੀਤੇ ਦਵਾਈ ਦਿੱਤੀ ਗਈ? ਬਿਨਾਂ ਟੈਸਟ ਕੀਤੀ ਨਾ, ਟੈਸਟ ਨਹੀਂ ਕੀਤਾ ਮੇਰਾ ਕੋਈ ਵੀ, ਦਵਾਈ ਦਿੱਤੀ ਸੀ ਇਹਨਾਂ ਨੇ। ਤੁਸੀਂ ਇਹਨਾਂ ਨੂੰ ਆ ਕੇ ਦੱਸਿਆ ਵੀ ਮੈਂ ਸ਼ੂਗਰ ਦਾ ਪੇਸ਼ੈਂਟ ਹਾਂ, ਮੈਨੂੰ ਇਹ ਦਿੱਕਤ ਆਉਂਦੀ ਹੈ, ਤਾਂ ਇਹਨਾਂ ਵੱਲੋਂ ਕੋਈ ਜਿਹੜਾ ਚੈੱਕਅਪ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਦਵਾਈ ਦਿੱਤੀ ਗਈ? ਹਾਂਜੀ ਦਵਾਈ ਦਿੱਤੀ ਗਈ, ਮੈਨੂੰ ਚੈੱਕਅਪ ਨਹੀਂ ਕੀਤਾ। ਚੈੱਕਅਪ ਕੋਈ ਨਹੀਂ ਹੋਇਆ? ਨਹੀਂ, ਡਾਕਟਰਾਂ ਦੀ ਕਮੀ ਹੈ ਇਸ ਕਰਕੇ। ਕਿਉਂ ਵੀ ਇੱਕ ਡਾਕਟਰ ਸਾਹਿਬ ਦੇ ਵਾਸਤੇ ਬਹੁਤ ਔਖਾ ਹੈ ਇੰਨੇ ਮਰੀਜ਼ ਭੁਗਤਾਉਣੇ। ਮਰੀਜ਼ਾਂ ਵਾਸਤੇ ਘੱਟੋ ਘੱਟ ਵੀ 2 ਜਾਂ 3 ਡਾਕਟਰ ਉੱਥੇ ਹੋਣੇ ਚਾਹੀਦੇ ਲਾਜ਼ਮੀ। ਸਟਾਫ ਦੀ ਕਮੀ ਕਰਕੇ ਇਹਨਾਂ ਨੂੰ ਇਹ ਆ ਵੀ ਮਰੀਜ਼ਾਂ ਨੂੰ ਪ੍ਰੋਪਰ ਦੇਖ ਨਹੀਂ ਪਾਉਂਦੇ, ਸਟਾਫ ਦੀ ਕਮੀ ਕਰਕੇ। ਸਰ ਹੁਣ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਜਿਹੜੀ ਤੁਸੀਂ ਇੱਥੋਂ ਦਵਾਈ ਖਾ ਰਹੇ ਹੋ ਵੀ ਤੁਹਾਨੂੰ ਫਰਕ ਨਹੀਂ ਲੱਗ ਰਿਹਾ ਉਸ ਨਾਲ? ਫਰਕ ਨਹੀਂ ਲੱਗ ਰਿਹਾ। ਮੈਂ ਅੱਜ ਡਾਕਟਰ ਸਾਹਿਬ ਨੂੰ ਕਹਿਣਾ ਵੀ ਦਵਾਈ ਮੈਨੂੰ ਚੇਂਜ ਕਰਕੇ ਦਿਓ, ਫਰਕ ਨਹੀਂ ਪਿਆ ਮੈਨੂੰ। ਤੇ ਮੁਹੱਲਾ ਕਲੀਨਿਕ ਤੇ ਬੈਠੇ ਹੋ ਤੁਸੀਂ, ਅੱਜ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਆਉਂਦੇ? ਦੂਜੀ ਵਾਰੀ ਆਇਆ। ਦੂਜੀ ਵਾਰੀ? ਹਾਂਜੀ ਹਾਂਜੀ। ਤੇ ਕਾਹਦਾ ਟ੍ਰੀਟਮੈਂਟ ਚੱਲ ਰਿਹਾ ਜੀ? ਬਸ ਮੈਂ ਲੱਕ ਦਰਦ ਦੀ ਦਵਾਈ ਲੈਣ ਆਇਆ ਸੀ, ਪਹਿਲਾਂ ਲੈ ਗਈ, ਫਰਕ ਹੈ, ਠੀਕ ਹੈ ਨਾ। ਤੇ ਜਦੋਂ ਤੁਸੀਂ ਪਹਿਲਾਂ ਦਵਾਈ ਲੈਣ ਆਏ ਸੀ ਤੁਹਾਡਾ ਪ੍ਰੋਪਰ ਚੈੱਕਅਪ ਹੋਇਆ ਸੀ ਕਿ ਉਦਾਂ ਹੀ ਤੁਸੀਂ? ਵੈਸੇ ਦਵਾਈ ਦੇ ਦਿੱਤੀ, ਚੈੱਕਅਪ ਨਹੀਂ ਕੀਤਾ। ਮਤਲਬ ਤੁਹਾਨੂੰ ਦੱਸਿਆ ਨਹੀਂ ਵੀ ਤੁਸੀਂ ਦੱਸਿਆ ਹੋਊਗਾ ਵੀ ਮੇਰੇ ਇੱਥੇ ਦਰਦ ਹੁੰਦਾ ਹੈ ਤੇ ਉਹਨੂੰ ਕੋਈ ਦੇਖਿਆ ਨਹੀਂ ਗਿਆ, ਸਿਰਫ ਉਹਦਾ ਦਵਾਈ ਦਿੱਤੀ ਵੀ ਦਰਦ ਹੁੰਦਾ ਠੀਕ ਹੋ ਜਾਊ? ਹਾਂਜੀ ਹਾਂਜੀ, ਇੱਦਾਂ ਦਵਾਈ ਦੇ ਦਿੱਤੀ ਵੀ ਠੀਕ ਹੋ ਜਾਏਗਾ, ਦੇਖਿਆ ਨਹੀਂ ਗਿਆ। ਨਹੀਂ। ਸੋ ਇਧਰ ਭਾਈ ਸਾਹਿਬ ਜਿਹੜੇ ਉਹ ਬੈਠੇ ਨੇ, ਇਹਨਾਂ ਨੂੰ ਅਸੀਂ ਪੁੱਛਦੇ ਹਾਂ। ਭਾਈ ਸਾਹਿਬ ਪਹਿਲੀ ਵਾਰੀ ਅੱਜ ਇੱਥੇ ਆਏ ਹੋ? ਪਹਿਲੀ ਵਾਰ ਆਏ। ਤੇ ਲੋਕਾਂ ਵੱਲੋਂ ਕਿਹੋ ਜਿਹਾ ਚੀਜ਼ ਸੁਣਨ ਨੂੰ ਵਿੱਚ ਆਈ ਕਿ ਇਲਾਜ ਵਧੀਆ ਹੈ? ਪਹਿਲੀ ਵਾਰ ਆਏ ਆ, ਲੋਕਾਂ ਦੇ ਇਹੀ ਸੁਣ ਕੇ ਆਏ ਆ ਵੀ ਇਲਾਜ ਵਧੀਆ ਹੁੰਦਾ। ਮੰਮੀ ਨੂੰ ਲੈ ਕੇ ਆਏ, ਮੰਮੀ ਨੂੰ ਪੈਰਾਲਾਈਜ਼ ਹੈ ਔਰ ਇਹਨਾਂ ਦੇ ਹੱਥਾਂ ਬਾਹਾਂ 'ਚ ਦਰਦ ਹੈ, ਇਸ ਕਰਕੇ ਇਹਨਾਂ ਨੂੰ ਡਾਕਟਰ ਸਾਹਿਬ ਕੋਲ ਲੈ ਕੇ ਆਏ। ਸੋ ਬਾਈ ਜੀ ਸਾਡੇ ਨਾਲ ਮੌਜੂਦ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੁਹੱਲਾ ਕਲੀਨਿਕ ਤੇ ਤੁਸੀਂ ਆਏ ਹੋ, ਪਹਿਲੀ ਵਾਰੀ ਦਵਾਈ ਲੈਣ ਆਏ ਹੋ ਜਾਂ ਪਹਿਲਾਂ ਵੀ ਟ੍ਰੀਟਮੈਂਟ ਚੱਲ ਰਿਹਾ? ਮੈਂ ਤੀਸਰੀ ਵਾਰ ਆਇਆ। ਤੀਸਰੀ ਵਾਰ? ਕਾਹਦਾ ਟ੍ਰੀਟਮੈਂਟ ਚੱਲ ਰਿਹਾ ਜੀ? ਮੇਰੇ ਐਲਰਜੀ ਹੋਈ ਹੈ। ਤੇ ਕਿੰਨਾ ਕੁ ਫਰਕ ਲੱਗ ਰਿਹਾ? ਮੈਨੂੰ ਅੱਗੇ ਤੋਂ ਚੌਥਾ ਹਿੱਸਾ ਫਰਕ ਪੈ ਗਿਆ। ਸਾਲ ਹੋਇਆ ਹੋਈ ਨੂੰ, ਘਟਦੀ ਨਹੀਂ ਸੀ, ਇੱਥੋਂ ਠੀਕ ਹੋਈ ਆ, ਘਟਦੀ ਆ। ਤੇ ਫਿਰ ਜਿਹੜਾ ਇਹ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਵਧੀਆ ਕੀਤਾ ਗਿਆ? ਹੈ ਤਾਂ ਵਧੀਆ, ਪਰ ਹੌਲੀ ਹੌਲੀ ਕਾਮਯਾਬ ਹੋਊਗਾ, ਇੱਕਦਮ ਨਹੀਂ ਹੋ ਸਕਦਾ। ਵੀ ਹੋਰ ਸਾਰੀਆਂ ਚੀਜ਼ਾਂ ਜਿੱਦਾਂ ਦਵਾਈ ਦੀ ਗੱਲ ਕਰ ਲਈਏ, ਸਾਰੀਆਂ ਚੀਜ਼ਾਂ ਵਧੀਆ ਮਿਲਦੀਆਂ ਨੇ ਇੱਥੇ? ਵਧੀਆ ਮਿਲਦੀਆਂ, ਵਧੀਆ ਮਿਲਦੀਆਂ। ਮੈਂ ਬਾਹਰੋਂ ਦਵਾਈ ਖਾਧੀ ਆ, ਪ੍ਰਾਈਵੇਟ ਤੋਂ ਵੀ ਕਿਤੇ MBBS ਤੋਂ ਵੀ ਖਾਧੀ ਆ। ਜਿੰਨਾ ਚਿਰ ਦਵਾਈ ਖਾਂਦੇ ਹੋ ਚਿਰ ਆਰਾਮ ਰਹਿੰਦਾ, ਤੋਂ ਬਾਅਦ ਫਿਰ ਹੋ ਜਾਂਦੀ ਹੈ, ਹੁਣ ਰੁਕੀ ਹੈ। ਸੋ ਸਾਡੇ ਨਾਲ ਇੱਥੇ ਇੱਕ ਪਰਿਵਾਰ ਮੌਜੂਦ ਹੈ ਜੋ ਮੁਹੱਲਾ ਕਲੀਨਿਕ ਤੇ ਮੈਡੀਸਨ ਲੈਣ ਆਏ ਨੇ, ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਹਿਲੀ ਵਾਰੀ ਦਵਾਈ ਲੈਣ ਆਏ ਹੋ? ਹਾਂਜੀ ਹਾਂਜੀ, ਫਸਟ ਟਾਈਮ ਆਏ ਆ ਅਸੀਂ। ਤੇ ਮੈਡਮ ਤੁਹਾਨੂੰ ਕੀ ਸਮੱਸਿਆ ਸੀਗੀ?
ਐਕਚੁਅਲੀ ਮੈਨੂੰ ਨਾ 1 ਵੀਕ ਤੋਂ ਫੀਵਰ ਸੀਗਾ ਹੈ ਨਾ, ਚੜਦਾ ਆ ਉਤਰ ਜਾਂਦਾ ਆ। ਤਾਂ ਮੈਂ ਆਪਣੇ ਇਹਨਾਂ ਨੂੰ ਕਿਹਾ ਕਿ ਚਲੋ ਆਪਾਂ ਚੱਲਦੇ ਹਾਂ ਨਾ ਮੁਹੱਲਾ ਕਲੀਨਿਕ, ਉੱਥੇ ਜਾ ਕੇ ਦੇਖ ਕੇ ਆਉਂਦੇ ਹਾਂ ਵੀ ਉੱਥੇ ਕੀ ਹੈਗਾ ਹੈ ਨਾ। ਤੇ ਫਿਰ ਉੱਥੇ ਹੁਣ ਆਏ ਆ ਤੇ ਅੱਜ ਉਹਨਾਂ ਨੇ ਡਾਕਟਰ ਸਾਹਿਬ ਨੂੰ ਚੈੱਕਅਪ ਕਰਾਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ 1 ਵੀਕ ਤੋਂ ਫੀਵਰ ਆ, ਵੀ ਤੁਸੀਂ ਮੈਨੂੰ ਮੈਡੀਸਨ ਦੇ ਰਹੇ ਹੋ ਇਕੱਲੀ, ਕਹਿੰਦੇ ਤੁਸੀਂ ਮੈਡੀਸਨ ਇਕੱਲੀ ਖਾਵੋ ਤੇ ਫਿਰ ਬਾਅਦ ਵਿੱਚ ਦੇਖਦੇ ਹਾਂ ਆਪਾਂ। ਤੇ ਮੈਂ ਉਹ ਜਿੱਥੇ ਆਪਾਂ ਮੈਡੀਸਨ ਲਿੱਤੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਟੈਸਟ ਵਗੈਰਾ ਨਹੀਂ ਕਰਦੇ, ਜਿਵੇਂ 1 ਵੀਕ ਤੋਂ ਬਾਅਦ ਤਾਂ ਬੁਖਾਰ ਉਤਰ ਜਾਣਾ ਚਾਹੀਦਾ। ਤਾਂ ਉਹ ਕਹਿੰਦੇ ਜੀ ਇੱਥੇ ਟਾਈਫਾਇਡ ਦੇ ਟੈਸਟ ਨਹੀਂ ਹੁੰਦੇ ਹੈਗੇ। ਉਹਨਾਂ ਵੱਲੋਂ ਤਾਂ ਇੱਕ ਗੱਲ ਕਹੀ ਗਈ ਹੈ ਵੀ ਟੈਸਟ ਸਾਰੇ ਫ੍ਰੀ ਆ, ਜਿਹੜਾ ਮਰਜ਼ੀ ਕਰਾਓ। ਉਹੀ ਤਾਂ ਗੱਲ ਆ, ਪਰ ਨਹੀਂ ਹੈ ਨਹੀਂਗਾ, ਮੈਨੂੰ ਲੱਗਦਾ ਨਹੀਂਗਾ ਕੋਈ ਮਾੜਾ ਮੋਟਾ ਹੋਏਗਾ। ਜਿਵੇਂ ਹੀਮੋਗਲੋਬਿਨ ਉੱਥੇ ਲਿਖੇ ਹੋਏ ਹੈ ਨਾ, ਸਿੰਪਲ ਟੈਸਟ ਜਿਹੜੇ ਥੋੜ੍ਹੇ ਜਿਹੇ ਕਹਿ ਲਓ 50 ਰੁਪੀਸ ਜਾਂ ਕਿੱਦਾਂ ਹੈ ਨਾ, ਇੱਦਾਂ ਜਿਹੜੇ ਕੋਸਟਲੀ ਆ, ਉਹ ਤਾਂ ਮੈਨੂੰ ਲੱਗਦਾ ਨਹੀਂ ਕਿ ਹੋਣਗੇ। ਤਾਂ ਹੀ ਉਹਨਾਂ ਨੇ ਜਵਾਬ ਦਿੱਤਾ ਜਾਂ ਕਿ ਨੋਰਮਲ ਅੱਜ ਕੱਲ੍ਹ ਚੱਲਦਾ ਪਿਆ ਤਾਂ ਹੋਣਾ ਚਾਹੀਦਾ ਆ, ਹੈ ਨਾ। ਤੇ ਮੈਡਮ ਜਦੋਂ ਤੁਸੀਂ ਆ ਕੇ ਡਾਕਟਰ ਸਾਹਿਬ ਨੂੰ ਮਿਲੇ, ਤੁਸੀਂ ਪ੍ਰੋਬਲਮ ਦੱਸੀ ਮੈਨੂੰ ਜਿਹੜਾ ਫੀਵਰ ਲਗਾਤਾਰ ਹੋ ਰਿਹਾ, ਤੇ ਇਹਨਾਂ ਵੱਲੋਂ ਬੁਖਾਰ ਥੋੜ੍ਹਾ ਚੈੱਕ ਕੀਤਾ ਗਿਆ ਸੀ ਹੁਣ? ਉਹ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੇਰਾ BP ਵੀ ਚੈੱਕ ਕਰੋ ਤੇ ਮੇਰਾ ਕਹਿੰਦੇ ਬੁਖਾਰ ਵੀ ਚੈੱਕ ਕਰੋ, ਤੇ ਪਰ ਬੁਖਾਰ ਚਲੋ ਮੈਨੂੰ ਆਇਆ ਨਹੀਂਗਾ, 99 ਆਇਆ ਸੀਗਾ ਕੁਛ ਪੁਆਇੰਟ, ਤੇ ਬਸ ਉਹਨਾਂ ਨੇ ਅੱਗੋਂ ਹਾਂ BP ਵੀ ਸਹੀ ਸੀਗਾ। ਤੁਹਾਡੇ ਕਹਿਣ ਤੇ ਚੈੱਕ ਕੀਤਾ ਗਿਆ, ਮਤਲਬ ਆਪਣੇ ਆਪ ਨਹੀਂ ਕੀਤਾ? ਉਹਨਾਂ ਨੇ ਆਪਣੇ ਆਪ ਨਹੀਂਗਾ ਉਹ ਕੀਤਾ ਹੈਗਾ ਚੈੱਕ, ਤੇ ਮੈਂ ਕਿਹਾ ਤੇ ਤਾਂ ਉਹਨਾਂ ਨੇ ਕੀਤਾ ਹੈ ਨਾ। ਹਾਂ, ਸੋ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਡਾਕਟਰ ਸਾਹਿਬ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਿ ਐਕਚੁਅਲ ਦੇ ਵਿੱਚ ਜਿਹੜਾ ਮੁਹੱਲਾ ਕਲੀਨਿਕਾਂ ਦੇ ਵਿੱਚ ਹੋ ਕੀ ਰਿਹਾ। ਕਈ ਲੋਕਾਂ ਵੱਲੋਂ ਇਹ ਲਗਾਤਾਰ ਜਿਹੜਾ ਕਿਹਾ ਜਾ ਰਿਹਾ ਕਿ ਇੱਥੇ ਚੈੱਕਅਪ ਜਿਹੜਾ ਉਹ ਸਹੀ ਢੰਗ ਨਾਲ ਨਹੀਂ ਹੋ ਰਿਹਾ। ਕਈ ਲੋਕਾਂ ਵੱਲੋਂ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਕਿ ਸਾਨੂੰ ਕੁਝ ਨਾ ਕੁਝ ਜਿਹੜਾ ਫਰਕ ਹੈ ਉਹ ਪਹਿਲਾਂ ਨਾਲੋਂ ਪੈ ਵੀ ਰਿਹਾ, ਤੇ ਜਿਹੜਾ ਲੋਕਾਂ 'ਚ ਕਈਆਂ 'ਚ ਰੋਸ ਵੀ ਹੈ ਕਿ ਸਾਡੇ ਵੱਲੋਂ ਇੱਥੇ ਟੈਸਟ ਨਹੀਂ ਕੀਤੇ ਜਾਂਦੇ, ਇੱਥੇ ਸਾਡੇ ਸੈਂਪਲ ਨਹੀਂ ਲਏ ਜਾਂਦੇ, ਇੱਥੇ ਸਾਡਾ BP ਨਹੀਂ ਚੈੱਕ ਕੀਤਾ ਜਾਂਦਾ। ਸੋ ਲੋਕਾਂ ਵੱਲੋਂ ਇਹ ਵੀ ਲਗਾਤਾਰ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ। ਦੂਜੇ ਪਾਸੇ ਕੁਝ ਕੁ ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਕਿ ਸਾਨੂੰ ਥੋੜ੍ਹਾ ਬਹੁਤਾ ਜਿਹੜਾ ਹੈ ਉਹ ਫਰਕ ਹੈ। ਪਰ ਕੀ ਕਾਰਨ ਹੋ ਸਕਦੇ ਆ ਜਿਹੜੀਆਂ ਅਫਵਾਹਾਂ ਸੁਣਨ ਦੇ ਵਿੱਚ ਆਈਆਂ ਕਿ ਇੱਥੇ ਜਿਹੜਾ ਹੈ ਉਹ ਚੈੱਕਅਪ ਨਹੀਂ ਕੀਤਾ ਜਾਂਦਾ, ਜਾਂ ਇੱਥੇ ਕੋਈ ਫੀਵਰ ਨਹੀਂ ਚੈੱਕ ਕੀਤਾ ਜਾਂਦਾ, ਜਾਂ BP ਨਹੀਂ ਚੈੱਕ ਕੀਤਾ ਜਾਂਦਾ? ਕੀ ਅਫਵਾਹਾਂ ਨੇ? ਕੋਈ ਇਹ ਮੁਹੱਲਾ ਕਲੀਨਿਕਾਂ ਨੂੰ ਜਾਂ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਜਿਹੜੀਆਂ ਕੁਝ ਸਾਜ਼ਿਸ਼ਾਂ ਜਿਹੜੀਆਂ ਉਹ ਘੜੀਆਂ ਜਾ ਰਹੀਆਂ, ਜਾਂ ਐਕਚੁਅਲ ਦੇ ਵਿੱਚ ਵਾਕਿਆ ਰਿਐਲਿਟੀ ਕੁਝ ਹੋਰ ਹੈ? ਸੋ ਗਰਾਊਂਡ ਰਿਪੋਰਟ ਤੁਹਾਨੂੰ ਅਸੀਂ ਦਿਖਾਈ ਆ, ਲੋਕਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ, ਇੱਥੋਂ ਦੇ ਮੌਜੂਦਾ ਹਾਲਾਤ ਕੀ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਏ ਆ। ਤੁਸੀਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਕਿ ਇਹ ਜਿਹੜਾ ਜੋ ਸਹੀ ਹੋ ਰਿਹਾ ਜਾਂ ਲੋਕਾਂ ਵੱਲੋਂ ਕੀ ਜਿਹੜਾ ਸਹੀ ਕਿਹਾ ਜਾ ਰਿਹਾ। ਸੋ ਤੁਸੀਂ ਦੇਖ ਰਹੇ ਹੋ ਦਾਸ ਸਿਟੀ ਹੈਡਲਾਈਨਸ। ਮੈਂ ਤੁਹਾਡਾ ਦੋਸਤ ਗਗਨ ਸਮਾਦ, ਨਾਲ ਕੈਮਰਾਮੈਨ ਰਕੇਸ਼ ਕੁਮਾਰ।